नाइन ब्रदर्स यूट्यूब चैनल वालों की तरफ से आपको एक इंतहाई दिलचस्प प्रोग्राम दिखाया जा रहा है। हमारे दो बहुत ही प्यारे बुज़ुर्ग आपको अपनी आप बीती सुना रहे हैं। आज उसका दूसरा पार्ट है। अब फिर हम उनके पास चलते हैं और दूसरे पार्ट में उनसे कुछ बातें मालूमात लेते हैं। हाँ जी, अस्सलाम वालेकुम रहमतुल्लाह। वालेकुम सलाम व रहमतुल्लाह। हाँ जी मलक साहब, आप पाकिस्तान सुनाएं कोई और तुसी गल सुनाओ थोड़ी जी। मैं मेरे खानदान च मेरे दादा जी सन 1909 ਵਿੱਚ उन्हें बैत की थी खलीफा अव्वल दी सन 1909 ਵਿੱਚ ਤੇ ਮੈਂ ਮੇਰੇ ਵਾਲਦ ਸਾਹਿਬ ਜਿਹੜੇ ਸੀ ਉਹ सन 9 ਦੇ ਬਾਅਦ ਦੀ ਪੈਦਾਇਸ਼ੀ ਸੀ ਤੇ ਹੇਜ਼ਮ ਵੀ ਰਹਿੰਦੇ ਸਾਡੇ ਸਾਂ ਉੱਥੇ ਪਿੰਡ ਦੇ ਵਿੱਚ। ਜਦੋਂ ਉਹਨੇ ਬੈਤ ਕੀਤੀ ਉਸ ਤੋਂ ਬਾਅਦ ਬੜੀ ਮੁਖਾਲਫਤ ਬਾਹਰ ਹੁੰਦੀ ਹੈ ਜ਼ਬਰਦਸਤ ਤੇ ਆਪਣੇ ਉੱਤੇ ਤੇ ਬਾਕੀ ਫਿਰ ਅੱਲਾ ਦੇ ਫਜ਼ਲ ਨਾਲ ਫਿਰ ਮੇਰੇ ਨਾਨਕੇ ਜਿਹੜੇ ਸਨ ਮੇਰੇ ਯਾਨੀ ਕਿ ਚਾਚੇ ਦੇ ਪੁੱਤਰ ਸਨ ਮੇਰੇ ਦਾਦਾ ਜੀ ਦੇ ਉਹ ਵੀ ਫਿਰ ਉਹਨਾਂ ਨੇ ਬੈਤ ਕਰ ਲਈ। ਅਸੀਂ 2-3-4 ਘਰ ਉੱਥੇ ਹੋ ਗਏ ਫਿਰ ਜ਼ਮੀਂਦਾਰ ਸਾਂ ਇਸ ਵਾਸਤੇ ਅਵਾਨ ਬਰਾਦਰੀ ਨੇ ਤਲਕ ਰੱਖਣੀ। देखो नाजरीन, ਅਸੀਂ बड़े ही सादगी तरीके ਨਾਲ इंटरव्यू ਲੈ ਰਹੇ हैं। कोई स्टेज कोई बनावट नहीं, ਐਵੇਂ ਕੁਦਰਤੀ ਤੌਰ ਤੇ ਅੱਲਾ ਦੇ ਫਜ਼ਲ ਨਾਲ ਅਸੀਂ ਬਾਹਰ ਨਿਕਲੇ हैं। ਤੇ ਮਲਕ ਸਾਹਿਬ ਨੇ ਟਾਈਮ ਦਿੱਤਾ ਕਿ हाँ जी अपनी ज़िंदगी ਦੇ ਵਾਕਿਆ ਸੁਣਾਉਣਗੇ। कोई ਹੋਰ ਵਾਕਿਆ ऐसा सुनाओ खलीफतुल मसीह सानी ਦਾ ਜਾਂ ਖੁਲਫਾਏ ਵਕਤ ਦਾ ਤੁਸੀਂ ਬਾਬਰਕਤ ਦੌਰ ਦੇਖਿਆ, कोई वाकिया ज़हन ਚ ਆਉਂਦਾ ਹੋਵੇ ਤਾਂ कुछ सुनाओ। बड़े वाक़े थे खलीफा सानी दे ਜਾਂ ਜਾਮਿਆ ਜਿਸ ਤਰ੍ਹਾਂ ਬਣਿਆ ਜਾਂ ਜਿਹੜਾ ਤੁਹਾਡਾ ਅਹਿਮਦਨਗਰ ਦੇ ਵਿੱਚ ਸੁਣਿਆ ਕਿ ਪਹਿਲਾਂ ਜਾਮਿਆ ਪਹਿਲਾਂ ਅਹਿਮਦ ਨਗਰ ਸੀ ਜੀ। ਸਾਡੇ ਉਹ ਅਹਿਮਦ ਨਗਰ ਦੇ ਵਿੱਚ ਕਿਹੜੇ ਲੁਮਾ ਸਨ ਉਹ ਮੈਂ ਤੁਹਾਨੂੰ ਦੱਸਦਾ। ਲੋ ਜੀ, ਇਹ ਦੇਖੋ ਜੀ ਨਾਜ਼ਰੀਨ, ਜ਼ਰਾ ਗੌਰ ਨਾਲ ਸੁਣਨ ਵਾਲੀ ਗੱਲ ਹੈ ਕਿ ਜਿਹੜੇ ਬਹੁਤ ਹੀ ਜਯਦ ਉਲਮਾ ਜਮਾਤ ਦੇ ਸਨ, ਬਹੁਤ ਹੀ ਪਿਆਰੇ ਜੋ ਸਹਾਬਾ ਵੀ ਸਨ, ਜੋ ਜਯਦ ਉਲਮਾ ਵੀ ਸਨ, ਉਹਨਾਂ ਦੇ ਇਮਾਨ ਅਫਰੋਜ਼ ਵਾਕਿਆ ਅਸੀਂ ਸੁਣ ਰਹੇ ਹੁਣ। मौलाना अव्वल साहब जलंधरी, काजी नज़ीर अहमद साहब लैलपुरी, काजी नज़ीर कुरैशी नज़ीर अहमद साहब मुल्तानी, साहबजादा कुदसी साहब कहते सन, साहबजादा अब्दुल लतीफ़ साहब शहजादे के बेटे सन, कुदसी कहते सन। मौलवी ज़फ़र मोहम्मद साहब ज़फ़र अपने उत्ते ਇਹ ਉਹਨੇ ਰਿਹਾਇਸ਼ ਸੀ ਉੱਥੇ ਅਹਿਮਦ ਨਗਰ ਜਾਂ ਜਾਮਿਆ ਉੱਥੇ ਜਾਮਿਆ ਵੀ ਸੀ ਅਤੇ ਬੋਰਡਿੰਗ ਵੀ ਸੀ। ਫਿਰ ਇੱਕ ਵਾਰ ਆਇਆ ਕਿ ਮੀਰ mahmood ਅਹਿਮਦ ਸਾਹਿਬ ਮੇਰੇ ਕੋਲ ਆਏ, ਉਹਦੇ ਸਦਰ ਸਾਹਿਬ ਨਾਲ ਲੈ ਕੇ ਵੀ ਸਾਨੂੰ ਉਹ ਜਗ੍ਹਾ ਵਿਖਾਓ ਜਿੱਥੇ ਜਾਮਿਆ ਸੀ, ਜਿੱਥੇ ਬੋਰਡਿੰਗ ਸੀ, ਜਿੱਥੇ ਅਲਮਾਏ ਕਰਾਮ ਸਾਡੇ ਰਹਿੰਦੇ ਸਨ, ਖਾਲਦ ਅਹਿਮਦੀਅਤ ਵਗੈਰਾ ਇਹ ਉਹ ਫਿਰ ਮੈਂ ਨਾਲ ਉਹਨਾਂ ਨੇ ਜਾ ਕੇ ਪੂਰਾ ਦਿਖਾਇਆ ਉਹਨਾਂ ਨੂੰ ਵੀ ਇੱਥੇ ਆਇਆ ਜਾਮਿਆ ਸੀ, ਆਇਆ ਬੋਰਡਿੰਗ ਇੱਥੇ ਉਹ ਰਿਹਾਇਸ਼ ਪਜ਼ੀਰ ਸਨ ਹੈ ਸਨ ਸਭ। ਯਾਨੀ ਕਿ ਹਰ ਜੋ ਉੱਥੇ ਜਮਾਤ ਦਾ ਤਿੰਨ ਸੀ, ਬਹੁਤ ਤਰਬੀਅਤ ਸੀ ਵੈਸੇ ਜਮਾਤ ਦੀ। ਉੱਥੇ ਸੁਹਾਬਾ ਕਰਾਮ ਬੜੇ ਸੀ। ਸਾਡੇ ਇੱਕ ਮੀਆਂ ਅਬਦੁਲ ਰਹੀਮ ਸਾਹਿਬ ਸਨ, ਉਹ ਸੁਹਾਬੀ ਸਨ ਆਪਣੇ ਹਜ਼ਰਤ ਮਸੀਹ ਮੌਲਾ ਸਲਾਮ। ਕਿਹਾ ਸੀ ਆਪਣੇ ਅਤਾ ਮੁਹੰਮਦ ਸਾਹਿਬ ਗੌਂਸਗੜੀਏ, ਇਹ ਸੁਹਾਬੀ ਸਨ। ਜਿਹੜੇ 10-12 ਸੁਹਾਬੀ ਸਨ ਸਾਡੇ ਇੱਥੇ ਅਮਰ ਰਹਿੰਦੇ। ਮੌਲਵੀ ਮੀਆਂ ਜ਼ਹੂਰ ਸਨ ਸਾਹਿਬ ਸੁਹਾਬੀ ਸਨ। देखो माशाल्लाह नाजरीन, साढ़े मलक साहब ने जड़ा बचपन गुजारिया है सहाबा रज़वानुल्लाह अजमाइन, अल्लाह ताला उन्होंने दे दर्जात बुलंद करे, उन्होंने हत्थां च गुजारिया। तो मलक साहब कुछ तुसी होर सुनाओ, क्योंकि तुसी जिम्मेदारा किता है, किसान सी कुछ पाकिस्तान दे उस जमाने च देखो कि कनक का की रेट सी, फिर उस तो फिर बाद असीं होर मालूमात लैने। हाँ जी नहीं तो ये फिर मैं तो एक होर हाँ दसो दसो सादगी ना सारे इंटरव्यू में कोई बात नहीं, जिस तरह मर्जी दसो। ਜਦੋਂ ਮਤਲਬ ਕਿ ਸਾਡੇ ਸਾਰੇ ਅਹਿਮਦੀ ਹੋ ਗਏ, ਜਿਹੜੀ ਸਾਡੀ ਵਾਲਦ ਮਤਲਬ ਸਾਡੇ ਵਾਲਦ ਸਾਹਿਬ ਮਤਲਬ ਕਿ ਮੈਨੂੰ ਸਾਨੂੰ ਗੱਲ ਸੁਣਾਉਂਦੇ ਰਹੇ, ਉਹਨਾਂ ਨੇ ਫਿਰ ਸਾਡੀ ਮੁਖਾਲਫਤ ਬੜੀ ਮਜ਼ਹਬੀ ਮੁਖਾਲਫਤ ਪਿੰਡ ਵਿੱਚ ਹੋ ਗਈ ਬੜੀ। ਤੇ ਇੰਨੀ ਮੁਖਾਲਫਤ ਹੋ ਗਈ ਕਿ ਸਾਰਾ ਪਿੰਡ ਜਿਹੜਾ ਸਾਡੇ ਖਿਲਾਫ, ਲੇਕਿਨ ਬਾਵਜੂਦ ਇੰਨੀ ਮੁਖਾਲਫਤ ਦੇ ਫਿਰ ਹੌਲੀ ਹੌਲੀ ਕਰਦਿਆਂ ਜਿਹੜੇ ਨਾ ਕੁਝ ਅਹਿਲੇ ਹਦੀਸ ਲੋਕੀ ਉਹ ਅਹਿਮਦੀ ਹੋ ਗਏ, ਕੁਝ ਮਤਲਬ ਸ਼ੀਆਂ ਵਿੱਚ ਵੀ ਆਏ, ਕੁਝ ਦੂਸਰੇ ਤੀਸਰਿਆਂ ਵਿੱਚ ਅਹਿਲ ਸੁਨਤਾਂ 'ਚੋਂ ਆਏ। ਉਹ ਮਤਲਬ ਸਾਡੀ ਵਾਹਵਾ ਜਮਾਤ ਬਣ ਗਈ, ਜਿਹੜੀ ਅਸੀਂ ਮੈਂ ਆਪਣੀ ਹੋਸ਼ ਵਿੱਚ ਫਿਰ ਵੇਖੀ ਹੈ।
ਉਹ ਜਿਹੜੇ ਲੋਕੀ ਫਿਰ ਲੜਾਈਆਂ ਬੜੀਆਂ ਹੁੰਦੀਆਂ ਸਨ ਪਿੰਡਾਂ ਥਾਵਾਂ ਦੇ ਲੋਕੀ ਜਿਹੜੇ ਨੇ ਉਹ ਮਤਲਬ ਸਾਹਿਬ ਨੂੰ ਵੀ ਮਤਲਬ ਬੁਰਾ ਭਲਾ ਕਹਿੰਦੇ ਸਨ। ਫਿਰ ਉਸ ਤੋਂ ਲੜਾਈਆਂ ਚੱਲਦੀਆਂ ਸਨ, ਮੁਕੱਦਮੇਬਾਜ਼ੀ ਬੜੀ ਚੱਲਣੀ। ਤੇ ਇਹ ਬੜਾ ਲੰਮਾ ਸਿਲਸਿਲਾ ਮਤਲਬ ਕਿ ਚੱਲਿਆ ਬੜਾ ਚਿਰ। ਫਿਰ ਅਸੀਂ ਬਾਅਦ 'ਚ ਮਤਲਬ ਕਿ ਲੜਾਈਆਂ ਜਿਹੜੀਆਂ ਲੜਾਈਆਂ ਹੁੰਦੀਆਂ ਸਨ ਕਿ ਮੈਂ ਖੁਦ ਵੀ ਮਤਲਬ ਉਸ ਲੜਾਈ ਦੇ ਵਿੱਚ ਮਤਲਬ ਇੱਕ ਦੇ ਵਿੱਚ ਆਇਆ ਜਦੋਂ ਅਸੀਂ ਮਤਲਬ ਮੈਂ ਬਾਲਗ ਹੋ ਗਿਆ ਤੇ ਲੜਾਈ ਵਿੱਚ ਆਇਆ। ਫਿਰ ਉਹਦੇ 'ਚ ਸਲਾਹ ਵੀ ਹੋਈ, ਫਿਰ ਕੈਦ ਵੀ ਕੱਟੀ ਹੈ। ਹਾਂਜੀ ਦੇਖੋ ਨਾਜ਼ਰੀਨ, ਸਾਡੇ ਕੋਲ ਉਹ ਵਾਕਿਆ ਵੀ ਆ ਗਿਆ ਹੈ ਕਿ ਸ਼ੁਰੂ 'ਚ ਜੋ ਇਹ ਖੁਦ ਅਹਿਮਦੀ ਨਹੀਂ ਸੀ, ਬਾਅਦ 'ਚ ਜਮਾਤ ਨੂੰ ਕਬੂਲ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ। ਉਹ ਫਿਰ ਉਸ ਤੋਂ ਬਾਅਦ ਜਮਾਤ ਦੀ ਵਜ੍ਹਾ ਨਾਲ ਕੈਦ ਸੋਬਤ ਦੀਆਂ ਤਕਲੀਫਾਂ ਵੀ ਬਰਦਾਸ਼ਤ ਕੀਤੀਆਂ। ਤੇ ਦੇਖੋ ਅੱਲਾ ਦੇ ਫਜ਼ਲ ਕਰਮ ਨਾਲ ਸਾਡੇ ਬਜ਼ੁਰਗ ਕਿੰਨੇ ਇਹਨਾਂ ਨੂੰ ਆਜ਼ਾਦ ਵੀ ਹਾਸਲ ਹੋਇਆ ਕਿ ਜਮਾਤ ਦੀ ਖਾਤਰ ਇਹ ਅਸੀਰਾਨੇ ਰਾਏ ਮੌਲਾ ਵੀ ਰਹਿ ਗਏ। ਹਾਂਜੀ ਦੱਸਣਾ ਜੀ। ਇਹ ਜੀ ਦੁਆ ਪਾਠ ਵੀ ਕਰ ਹਾਂਜੀ ਹਾਂਜੀ ਕਰਾਂਗੇ। ਹਾਂਜੀ ਉਹਦੇ ਵਿੱਚ ਰਹਿ ਗਏ ਮੇਰੇ ਬਹੁਤ ਸਾਰੇ ਹਸਨ ਵਾਕਿਆ ਜਿਹੜੇ ਨਾ ਵੀ ਜ਼ਮੀਨ ਹਜ਼ੂਰ ਦੀ ਸਾਰੇ ਖਲੀਫਾ ਮੁਸਲਿਮ ਰਜ਼ੀ ਅੱਲਾਹ ਤਾਲਾ ਨੂੰ, ਖਲੀਫਾ ਰਾਬਿਆ, ਖਲੀਫਾ ਸਾਲਿਸ, ਇਹ ਸਾਰੇ ਉੱਥੇ ਨਾਲ ਹੀ ਜ਼ਮੀਨ ਸੀ ਅਹਿਮਦਨਗਰ ਦੇ। ਉੱਥੇ ਆਉਂਦੇ ਸਨ, ਅਸੀਂ ਭੱਜ ਕੇ ਜਾਂਦੇ ਹੁੰਦੇ ਸਨ ਉੱਥੇ ਨਾਲ ਡਿਊਟੀ ਕਰਨ ਵਾਸਤੇ। ਖਲੀਫਾ ਰਾਬਿਆ ਦੀ ਮੈਂ ਇੱਕ ਗੱਲ ਰਹਿ ਗਈ ਸੀ, ਉਹ ਇਹ ਸੀ ਕਿ ਉਹਲੇ ਯਾਨੀ ਕਿ ਖਿਲਾਫਤ ਨਹੀਂ ਸੀ ਆਈ। ਮੈਂ ਆਪਣੇ ਅੱਡੇ 'ਤੇ ਖਲੋਤਾ ਸਾਂ ਜਾਣੇ ਵਾਸਤੇ ਰਵਾ ਨੂੰ, ਤੇ ਆਪਰੋਂ ਆਏ ਨੇ ਆਪਣੇ ਡੇਰੇ ਨੂੰ। ਮੈਨੂੰ ਕਹਿਣ ਲੱਗੇ ਕੈਸੇ ਖੜੇ ਭਾਈ? ਮੈਂ ਕਿਹਾ ਯਾਰ ਰਵਾ ਜਾਣਾ ਦੀ ਬੱਸ ਨਹੀਂ ਆ ਰਹੀ। ਕਹਿੰਦੇ ਇੱਧਰ ਆਓ। ਔਰ ਸਾਈਕਲ ਦੇ ਉੱਤੇ ਸਾਈਕਲ 'ਤੇ ਆ ਰਹੇ ਸਨ। ਕਹਿੰਦੇ ਅੱਗੇ ਬੈਠੋ। ਮੈਂ ਕਹਿੰਦਾ ਮੀਆਂ ਸਾਹਿਬ ਤੁਸੀਂ ਬੈਠੋ, ਮੈਂ ਚਾਹ ਨਹੀਂ ਬੈਠੋ। ਤੇ ਉਹਦੇ ਅੱਗੇ ਬੈਠ ਕੇ ਤੇ ਰਵਾ ਤੇ ਅੱਡੇ 'ਤੇ ਆ ਕੇ ਮੈਨੂੰ ਲਾਇਆ ਉਹਨਾਂ ਨੇ। ਉਦੋਂ ਅੱਡਾ ਹੁੰਦਾ ਸੀ ਆ ਉਹਨਾਂ ਕਸੇ ਖਿਲਾਫ ਦੇ ਸਾਹਮਣੇ ਬਿਲਕੁਲ, ਉੱਥੇ ਆ ਕੇ ਲਾਇਆ ਉਹਨੇ ਮੈਨੂੰ। ਕਹਿੰਦੇ ਲੈ ਹੋ ਜਾਓ। ਜਿਸ ਤਰ੍ਹਾਂ ਮੌਜੂਦਾ ਹਜ਼ੂਰ ਜਿਹੜੇ ਨੇ ਇਹਨਾਂ ਨੂੰ ਮੈਂ ਆਪਣੇ ਘਰ ਬੁਲਾ ਕੇ ਉੱਥੇ ਆਪਣਾ ਚਾਹ ਪਿਲਾਈ, ਆਪਣੀ ਬੈਠੀ 'ਚ ਬਿਠਾ ਕੇ, ਜਿਹਦੇ 'ਚ ਮੈਂ ਆਪਣੇ ਸਦਰ ਮਮੂਦ ਸਾਹਿਬ ਸੀ, ਕਰਨਲ ਯਾਦ ਮਮੂਦ ਸਾਹਿਬ, ਮੌਲਾਨਾ ਸੁਲਤਾਨ ਮਹਿਮੂਦ ਅਨਵਰ ਸਾਹਿਬ ਹਜ਼ੂਰ ਸਨ, ਤੇ ਦੋ ਹੋਰ ਸਨ ਨਾਲਿਆਂ ਦੇ ਮੁਲਮਾ। ਇਹ ਮੈਂ ਬਿਠਾ ਕੇ ਵੀ ਅੱਲਾ ਨੇ ਬੜਾ ਤੌਫੀਕ ਦਿੱਤੀ ਮੈਨੂੰ। ਦੇਖੋ ਨਾਜ਼ਰੀਨ, ਇੱਕ ਐਸਾ ਵਾਕਿਆ ਹੈ ਕਿ ਅਸੀਂ ਕਾਫੀ ਦੇਰ ਦੇ ਇਹਨਾਂ ਨਾਲ ਸਾਡੇ ਤਾਲੁਕਾਤ ਨੇ, ਲੇਕਿਨ ਇਹ ਮੈਂ ਪਹਿਲੀ ਦਫਾ ਸੁਣਿਆ ਕਿ ਦੇਖੋ ਖਲੀਫਾਤੁਲ ਮਸੀਹ ਰਾਬਿਆ ਰਹਿਮਹੁੱਲਾਹ ਤਾਲਾ ਨੇ ਇਹਨਾਂ ਨੂੰ ਆਪਣੀ ਸਾਈਕਲ ਤੇ ਬਿਠਾ ਕੇ ਸਵਾਰੀ ਕਰਵਾਈ ਔਰ ਪਹੁੰਚਾਇਆ। ਦੇਖੋ ਇਹ ਕਿਤਨਾ ਬੜਾ ਆਜ਼ਾਦ ਹੈ। ਇਹ ਸਾਰੀਆਂ ਨਿਯਮਤਾਂ ਨੇ ਖਿਲਾਫਤ ਦੀ ਵਜ੍ਹਾ ਨਾਲ ਮਿਲੀਆਂ ਨੇ। ਇਹ ਵਾਕਿਆ ਜਿਹੜੇ ਨੇ ਇਹ ਸਾਨੂੰ ਸੁਣਾਉਂਦੇ ਰਹਿਣਗੇ, ਅਸੀਂ ਸੁਣਦੇ ਰਹਾਂਗੇ। ਕੋਈ ਹੋਰ ਅਗਰ ਵਾਕਿਆ ਫਿਰ ਨਹੀਂ ਤਾਂ ਮਲਕ ਸਾਹਿਬ ਦੇ ਫਿਰ ਅਸੀਰੀ ਦੇ ਕੋਈ ਗੱਲਬਾਤ ਪਤਾ ਕਰੀ, ਕਿਉਂਕਿ ਸਾਡਾ ਇੰਟਰਵਿਊ ਬਿਲਕੁਲ ਸਾਦਾ ਤਰੀਕੇ ਨਾਲ, ਕੋਈ ਇਹਦੇ 'ਚ ਅਸੀਂ ਉਹਦੇ 'ਚ ਨਹੀਂ ਕੀਤੀ। ਮਲਕ ਸਾਹਿਬ ਕੋਈ ਦੱਸੋਗੇ ਕਿਸ ਉਮਰ 'ਚ ਤੁਸੀਂ ਗ੍ਰਿਫਤਾਰ ਹੋਏ ਸੀ? ਇਹ ਮੇਰੇ ਖਿਆਲ 20-22 ਸਾਲ ਦੀ ਉਮਰ ਹੋਵੇਗੀ ਤਕਰੀਬਨ ਉਦੋਂ। ਅੱਛਾ। ਜਦੋਂ ਮਤਲਬ ਸਲਾਹ ਹੋਈ ਹੈ ਮੈਨੂੰ। ਫਿਰ ਉਸ ਤੋਂ ਪਹਿਲਾਂ ਮਤਲਬ ਮੁਖਾਲਫਤ ਤੇ ਇੰਨੀ ਚੱਲਦੀ ਸੀ ਕਿ ਉਹ ਇੱਕ ਉਸ ਵਕਤ ਵਿੱਚ ਇੱਕ ਗਰੀਬ ਮਰਾਸੀ ਸੀ ਸਾਡੇ ਪਿੰਡ ਦਾ, ਸਖੀ ਮੰਗਾ, ਉਹਨੇ ਬੈਤ ਕਰ ਲਈ, ਉਹ ਅਹਿਮਦੀ ਹੋ ਗਿਆ। ਉਹ ਅਹਿਮਦੀ ਹੋ ਗਿਆ ਔਰ ਉਸ ਨਾਲ ਉਹਨਾਂ ਲੋਕਾਂ ਨੇ ਇੰਨਾ ਉਹਨੂੰ ਤੰਗ ਕੀਤਾ, ਬੜਾ ਤੰਗ ਕੀਤਾ। ਜਿਹੜੇ ਅਹਿਮਦੀ ਦੇ ਥੋੜ੍ਹੇ ਘਰ ਹੀ ਸਨ, ਬਾਹਰ ਵਾਲੇ ਨਾਲ ਸਾਥ ਉਸਦਾ ਦਿੱਤਾ, ਲੇਕਿਨ ਉਹ ਆਪਣੇ ਉਹਨਾਂ ਅਹਿਮਦੀ ਤੋਂ ਉਹਨੂੰ ਫੇਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਕਾਇਮ ਰਿਹਾ। ਫਿਰ ਉਹ ਜਿਹੜੀ ਸੀ ਨਾ ਆਪਣੀ ਫਰਕਾਨ ਫੋਰਸ ਬਣੀ, ਜਦੋਂ ਪਾਕਿਸਤਾਨ ਬਣਿਆ ਤੇ ਸਾਡੀ ਫਰਕਾਨ ਫੋਰਸ ਉਹਦੇ ਵਿੱਚ ਮਤਲਬ ਉਹ 3 ਮਹੀਨੇ ਵਾਸਤੇ ਕਿ 6 ਮਹੀਨੇ ਵਾਸਤੇ ਉੱਥੇ ਗਿਆ। ਫਿਰ ਉੱਥੇ ਉਹ ਕਸ਼ਮੀਰ ਮਹਾਜ਼ ਉੱਤੇ ਉਹ ਸ਼ਹੀਦ ਹੋ ਗਿਆ। ਉਸ ਦੀ ਕਬਰ ਉੱਥੇ ਇੱਕ ਕਬਰਸਤਾਨ 'ਚ ਪਹਾੜਾਂ ਦੇ ਨਾਲ ਬਣੀ, ਹੁਣ ਵੀ ਕਾਇਮ ਹੈ। ਉਹ ਤੇ ਕਤਬਾ ਲੱਗਾ ਹੈ, ਸਾਡੇ ਬੰਦੇ ਵੇਖ ਕੇ ਆਏ ਨੇ। ਦੇਖੋ ਨਾਜ਼ਰੀਨ, ਇੱਕ ਕਿਤਨਾ ਇੰਤਹਾਈ ਈਮਾਨ ਅਫਰੋਜ਼ ਵਾਕਿਆ। ਪਿੰਡ ਦੇ ਵਿੱਚੋਂ ਇੱਕ ਐਸੇ ਆਦਮੀ ਨੇ ਬੈਤ ਕੀਤੀ ਜਿਹਨੂੰ ਸਾਡੀ ਉਹਦੇ 'ਚ ਮੁਲਕ ਦੇ ਵਿੱਚ ਪਸੰਦ ਨਹੀਂ ਕੀਤਾ ਜਾਂਦਾ, ਲੇਕਿਨ ਉਹਨੇ ਦੇਖੋ ਅੱਲਾਹ ਤਾਲਾ ਦੇ ਫਜ਼ਲ ਨਾਲ ਜਮਾਤ ਕਬੂਲ ਕੀਤੀ। ਉਹਨੂੰ ਬੜੀ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ ਔਰ ਕਿੱਥੇ ਜਾ ਕੇ ਮੁਲਕ ਦੀ ਖਾਤਰ, ਜਮਾਤ ਦੀ ਖਾਤਰ, ਕਿਤੇ ਜਾ ਕੇ ਕਸ਼ਮੀਰ ਦੇ ਵਿੱਚ ਜਾ ਕੇ ਉਹਨੇ ਆਪਣੀ ਸ਼ਹਾਦਤ ਦਾ ਰੁਤਬਾ ਹਾਸਲ ਕੀਤਾ ਔਰ ਅੱਲਾਹ ਤਾਲਾ ਨੇ ਇਹ ਆਜ਼ਾਦ ਉਹਨੂੰ ਦਿੱਤਾ ਔਰ ਉਹਨਾਂ ਦੀ ਕਬਰ ਵੀ ਉੱਥੇ ਮੌਜੂਦ ਹੈ। ਇਹ ਵਾਕਿਆਤ ਨਾਜ਼ਰੀਨ ਤੁਹਾਨੂੰ ਇਨਸ਼ਾਅੱਲਾ ਸੁਣਾਉਂਦੇ ਰਹਾਂਗੇ, ਕਿਉਂਕਿ ਛੋਟੇ ਛੋਟੇ ਵਾਕਿਆਤ ਨੇ। ਇਹ ਦੋਨੋਂ ਆਪਸ 'ਚ ਸਾਡੇ ਬਜ਼ੁਰਗ ਨੇ, ਰਿਸ਼ਤੇਦਾਰ ਵੀ ਨੇ, ਤੇ ਅਸੀਂ ਇਹਨਾਂ ਕੋਲੋਂ ਪੁੱਛਦੇ ਰਹਾਂਗੇ। ਤੇ ਹਾਂਜੀ, ਦੂਸਰੇ ਮਲਕ ਸਾਹਿਬ, ਤੁਸੀਂ ਫੁਰਕਾਨ ਫੋਰਸ ਦੇ ਬਾਰੇ ਤੁਸੀਂ ਕੋਈ ਦੱਸਣਾ ਚਾਹੋ ਤੇ? ਫੁਰਕਾਨ ਨਹੀਂ, ਮੈਂ ਨਹੀਂ ਗਿਆ ਉਧਰ, ਮੇਰੇ ਬਨੋਈ ਗਏ ਨੇ। ਅੱਛਾ ਜੀ। ਆਪਣੇ ਭਾਈ ਫਕੀਰ ਮੁਹੰਮਦ ਇੱਥੇ ਰਹਿ ਗਏ ਨੇ, ਨਸੀਰ ਦੇ ਵਾਲੇ। ਇਹ ਸਾਲ ਇਹ ਆਪਣੇ ਦੁਆ ਬਨੋਈ ਸੀ ਮੁਬਾਰਕ ਅਹਿਮਦ ਸਾਹਿਬ, ਮਲਕ ਦਾਤੀ ਮਲਕ ਸਾਹਿਬ ਤ੍ਰਿਗੜੀ,
ਜਿਹੜਾ ਗੁਜਰਾਲ ਆ ਉੱਥੇ ਉੱਥੇ ਸਨ ਉਹ ਗਏ ਸਨ ਤੇ ਮੈਂ ਨਹੀਂ ਮੈਂ ਛੋਟੀ ਸੀ ਉਹਨੇ ਉਮਰ ਮੇਰੀ। ਅੱਛਾ, ਤੇ ਇਨਸ਼ਾਅੱਲਾ ਵਾਕਿਆ ਤੇ ਚੱਲਦੇ ਰਹਿਣੇ। ਕੋਈ ਖਿਲਾਫਤ ਸਾਲਸਾ ਦਾ ਕੋਈ ਅਗਰ ਵਾਕਿਆ ਸੁਣਾ ਦਿਓ, ਕਿਉਂਕਿ ਅਸੀਂ ਦੋ ਖੁਲਫਾ ਦਾ ਤੇ ਸੁਣਿਆ, ਖਿਲਾਫਤ ਸਾਲਸਾ ਦਾ ਕੋਈ ਈਮਾਨ ਫਰੋਜ਼ ਵਾਕਿਆ, ਜਾਂ ਜਦੋਂ ਹਸਬ ਅਫਰੀਕਾ ਵਗੈਰਾ ਦੌਰੇ ਜਾਂਦੇ ਸਨ, ਜਾਂ ਉਹ ਵਾਕਿਆ ਜਦੋਂ ਵਾਪਸ ਆਉਂਦੇ ਸਨ। ਇਹ ਬੜਾ ਜੀ ਕੋਈ ਕਰਾਚੀ ਦੇ ਵਾਕਿਆ ਨੇ ਬੜਾ। ਹਾਂਜੀ, ਕੋਈ ਖਲੀਫਾ ਸਾਲਸ ਦਾ ਇੱਕ ਵਾਕਿਆ ਸੁਣਾ ਦਿਓ। ਸਾਲਸ ਦਾ ਵਾਕਿਆ ਇਹ ਹੈ ਕਿ ਉਹ ਮੈਂ ਪੁਲਿਸ ਵਿੱਚ ਹੈਡ ਕਾਂਸਟੇਬਲ ਤੋਂ ਆਪਣੇ ਗੌਰਮੈਂਟ ਨੂੰ ਇੱਕ ਮਿਲਦਾ ਕਾਰਡ ਸਿਕਿਉਰਟੀ ਦਾ, ਏਅਰਪੋਰਟ ਤੇ ਜਾ ਸਕਦੇ ਹੋ, ਏਅਰਪੋਰਟ ਤੋਂ ਆ ਸਕਦੇ ਹੋ, ਜਾਂ ਅੰਦਰ ਜਾਣੇ ਵਾਸਤੇ ਆਮ ਨਹੀਂ ਜਾ ਸਕਦੇ ਸੀ। ਉਹ ਮੇਰੇ ਕੋਲ ਸੀ, ਮੇਰੇ ਕੋਲ ਆਪਣਾ ਸੀ, ਆਪਣਾ ਹੀ ਅਸਲਾ ਸੀ। ਤੋਂ ਫਿਰ ਮੇਰੀ ਸਾਡੇ ਕੈਦ ਸਾਹਿਬ ਸੀ ਨਾ ਤਾਂ ਮੇਰਾ ਭੁੱਲ ਗਿਆ, ਉਹ ਦੇ ਨਾਰਵੇ ਕਰਾਚੀ ਦੇ ਕੈਦ ਸਨ। ਉਹਨਾਂ ਨੇ ਮੇਰੀ ਡਿਊਟੀ ਲਾਤੀ। ਇਹ ਹਜ਼ੂਰ ਕੇ ਅੱਜ ਤਸ਼ਰੀਫ ਲਿਆ ਰਹੇ ਨੇ। ਅਸੀਂ ਉੱਥੇ ਚਲੇ ਗਏ। ਇਹ ਬੜੇ ਇੱਕ ਬੜੀ ਨੇ ਉਸੇ ਮੇਰੀ ਡਿਊਟੀ ਸੀ, ਇੱਕ ਰੋਜ਼ ਨਾਮਚਾ ਹੁੰਦਾ ਜਿੱਥੇ 8 ਘੰਟੇ 12 ਘੰਟੇ 60 ਘੰਟੇ ਇਹ ਡਿਊਟੀ ਹੁੰਦੀ ਹੈ। ਤੋ ਮੈਨੂੰ ਉੱਥੇ ਇਤਲਾਹ ਮਿਲੀ, ਉਹ ਘਰ ਆਏ ਕਰਨ ਲੱਗੇ ਚਾਹੇ ਡਿਊਟੀ ਖਲੀਫਾ ਸਾਲਿਸ ਰਹਿਮਤੁल्लाह ਆ ਰਹੇ ਨੇ ਤੇ ਤੁਸੀਂ ਉੱਥੇ ਪਹੁੰਚਣਾ ਏਅਰਪੋਰਟ 'ਤੇ। ਗੈਸਟ ਹਾਊਸ ਚਲੇ ਗਏ, ਗੈਸਟ ਹਾਊਸ ਗੱਡੀ ਲੈ ਕੇ ਸਾਨੂੰ ਉੱਥੇ ਚਲੇ ਗਏ। तो ਉੱਥੇ ਗਏ ਤੇ ਜਾ ਕੇ ਹਜ਼ੂਰ ਤਸ਼ਰੀਫ ਲਿਆਏ, ਮਿਲੇ, ਮੈਂ ਮੁਸਾਫਰ ਕੀਤਾ, ਨਾਲ ਲੈ ਆਂਦੇ ਬਾਅਦ ਕੋਲੇ ਪਾਸੇ। ਜਦੋਂ ਅਸੀਂ ਵਾਪਸ ਆਏ ਆ ਤੇ ਆ ਕੇ ਮੈਨੂੰ ਕਹਿਣ ਲੱਗੇ ਚੱਲ ਡਿਊਟੀ ਪੇ ਉਹ ਗੈਸਟ ਹਾਊਸ ਦੇ ਪਿਛਲੇ ਪਾਸੇ ਹੈ। ਮੈਂ ਕਿਹਾ ਮੈਂ ਛੁੱਟੀ ਲੈ ਕੇ ਨਹੀਂ ਆਇਆ ਕਿ ਨਹੀਂ ਡਿਊਟੀ ਕਰੋ ਆਪਣੀ। ਮੈਂ ਪਹਿਲੇ ਚੱਲ ਗਿਆ ਜੀ। ਮੈਂ ਕਿਹਾ ਰੋ ਹੈ ਵੀ ਰੋਡ ਨਾਲ ਜਿਹੜੇ 24 ਘੰਟੇ ਤੇ ਹਾਜ਼ਰੀ ਲੱਗਦੀ ਹੈ। ਮੈਂ ਉਹਦੇ 2 ਦਿਨ ਮੇਰੇ ਲੱਗ ਗਏ। 2 ਦਿਨਾਂ ਦੇ ਬਾਅਦ ਮੈਂ ਇੱਥੇ ਆਪਣੀ ਡਿਊਟੀ 'ਤੇ ਪਹੁੰਚਿਆ। तो यकीन जानो खुदा दा ऐसा फल किसे पूछा ही नहीं मैनू किथे था तू। देखो नाजरीन, खलीफा वक्त की हिफाजत की 2 दिन ਤੇ ਆਪਣੀ ਡਿਊਟੀ ਨੂੰ ਕੁਰਬਾਨ ਕਰ ਦਿੱਤਾ, ਆਪਣੇ ਵਕਤ ਨੂੰ ਕੁਰਬਾਨ ਕਰ ਦਿੱਤਾ। ਅਤਾਤ ਕਾਇਦ ਸਾਹਿਬ ਦੀ ਅਤਾਤ ਕੀਤੀ, ਉਹਨਾਂ ਨੇ ਡਿਊਟੀ ਲਗਾਈ ਖਲੀਫਾ ਵਕਤ ਵਾਸਤੇ। ਇਹ ਸਾਰੀਆਂ ਬਰਕਤਾਂ ਨੇ ਖਿਲਾਫਤ ਦੀਆਂ ਸਾਡੇ ਕੋਲ ਨੇ। ਤੇ ਖਲੀਫਾ ਵਕਤ ਦੀ ਹਿਫਾਜ਼ਤ ਕਰਦੇ ਕਰਦੇ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਤੇ ਅੱਲਾਹ ਤਾਲਾ ਨੇ ਐਸਾ ਫਜ਼ਲ ਫਰਮਾਇਆ ਕਿ ਨੌਕਰੀ ਵੀ ਬਰਕਰਾਰ ਰਹੀ ਤੇ ਇਹਨਾਂ ਦੇ ਅਮਾਨ ਫਰੋਜ਼ ਵਾਕਿਆ ਜਾਰੀ ਰਹਿਣਗੇ। ਤੇ ਨਾਜ਼ਰੀਨ ਜੁੜੇ ਰਹੋ ਤੁਸੀਂ 9 ਬ੍ਰਦਰ ਨਾਲ, ਤੇ ਅਸੀਂ ਤੁਹਾਨੂੰ ਪਾਰਟ 3 ਦੇ ਵਿੱਚ ਹੋਰ ਅਮਾਨ ਫਰੋਜ਼ ਵਾਕਿਆ ਸੁਣਾਉਂਦੇ ਹਾਂ।